ड्रग रैकेट मामले की चौथी सीलबंद रिपोर्ट नहीं होगी ओपन। हाई कोर्ट ने सुनाया फैसला। चौथी रिपोर्ट से सिर्फ तत्काली एसआईटी मुखी साबका डीजीपी सिद्धार्थ चट्टोपाध्याय दे ही ने दस्तक। ਫਿਰੋਜ਼ਪੁਰ ਦੇ ਸਰਹੱਦੀ ਪਿੰਡ ਦੇ ਵਿੱਚ ਪੁਲਿਸ ਵਾਲਿਆਂ ਤੋਂ 2 ਕਿਲੋ ਹੈਰੋਇਨ ਮਿਲਣ ਦੇ ਮਾਮਲੇ 'ਚ ਨਵਾਂ ਮੋੜ। ਐਸਐਸਪੀ ਬੋਲੇ ਡਰੱਗ ਰਿਕਵਰ ਕਰਨ ਗਏ ਸਨ ਪੁਲਿਸ ਮੁਲਾਜ਼ਮ, ਬੀਐਸਐਫ ਦੇ ਨਾਲ ਹੋਈ ਗਲਤਫਹਿਮੀ, ਕਰ ਰਹੇ ਹਾਂ ਗੱਲਬਾਤ। ਜੰਮੂ ਕਸ਼ਮੀਰ ਦੇ ਅਨੰਤਨਾਗ ਦੇ ਵਿੱਚ ਲਗਾਤਾਰ ਤੀਜੇ ਦਿਨ ਵੀ ਫੌਜ ਦਾ ਆਪਰੇਸ਼ਨ ਜਾਰੀ। ਪਹਾੜੀ ਤੇ ਲੁਕੇ ਅੱਤਵਾਦੀਆਂ ਤੇ ਡਰੋਨ ਦੇ ਜ਼ਰੀਏ ਸੁੱਟੇ ਜਾ ਰਹੇ ਬੰਬ, ਆਰਪੀਜੀ ਦਾ ਵੀ ਇਸਤੇਮਾਲ ਕਰ ਰਹੀ ਫੌਜ। ਮੋਹਾਲੀ 'ਚ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਫੌਜੀ ਸਨਮਾਨਾਂ ਦੇ ਨਾਲ ਹੋਇਆ ਅੰਤਿਮ ਸੰਸਕਾਰ। 6 ਸਾਲ ਦੇ ਬੇਟੇ ਨੇ ਪਹਿਨੀ ਫੌਜ ਦੀ ਵਰਦੀ, ਪਿਤਾ ਨੂੰ ਕੀਤਾ ਸੈਲਿਊਟ, ਤਾਂ 2 ਸਾਲ ਦੀ ਧੀ ਨੇ ਵੀ ਪਿਤਾ ਨੂੰ ਦਿੱਤੀ ਸਲਾਮ। ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਦਿੱਤੀ ਸ਼ਰਧਾਂਜਲੀ। ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਪਾਣੀਪਤ ਦੇ ਵਿੱਚ ਮੇਜਰ ਆਸ਼ੀਸ਼ ਟੌਂਚਕ ਨੂੰ ਵੀ ਨਾਮ ਅੱਖਾਂ ਦੇ ਨਾਲ ਦਿੱਤੀ ਗਈ ਅੰਤਿਮ ਵਿਦਾਈ। ਮਾਂ ਨੇ ਬੇਟੇ ਨੂੰ ਕੀਤਾ ਸੈਲਿਊਟ, ਭੈਣਾਂ ਨੇ ਕਿਹਾ ਵੀ ਆਰ ਪ੍ਰਾਊਡ ਆਫ ਆਰ ਬ੍ਰਦਰ। ਤਿਰੰਗਾ ਲੈ ਕੇ ਵੱਡੀ ਗਿਣਤੀ 'ਚ ਪਹੁੰਚੇ ਲੋਕ। ਐਸਵਾਈਐਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੇਂਦਰ ਨੂੰ 2 ਟੋਕ। ਬੋਲੇ ਸਾਡੇ ਕੋਲ ਹਰਿਆਣਾ ਨੂੰ ਦੇਣ ਲਈ ਨਹੀਂ ਆ ਪਾਣੀ, ਕਿਹਾ ਕੇਂਦਰ ਸਾਨੂੰ ਐਸਵਾਈਐਲ ਬਣਾਉਣ ਦੇ ਲਈ ਕਹਿ ਰਹੀ ਹੈ। ਸੀਐਮ ਮਾਨ ਦਾ ਪਟਵਾਰੀਆਂ ਤੇ ਮੁੜ ਤਿੱਖਾ ਨਿਸ਼ਾਨਾ। ਬੋਲੇ ਰਿਸ਼ਵਤ ਲੈਂਦਿਆਂ 2 ਪਟਵਾਰੀ ਫੜੇ ਤਾਂ ਯੂਨੀਅਨ ਨੇ ਕੀਤੀ ਹੜਤਾਲ। ਕਲਮ ਖੋਣ ਦੇ ਐਲਾਨ ਤੇ ਹੁਣ ਸਾਰੇ ਹੋ ਗਏ ਨੇ ਠੀਕ। ਪੰਜਾਬ ਦੇ ਵਿੱਚ ਸੌਣੀ ਦੀ ਫਸਲ ਦੀ ਗਿਰਦਾਵਰੀ ਨਹੀਂ ਕਰਨਗੇ ਪਟਵਾਰੀ। ਪ੍ਰਧਾਨ ਹਰਵੀਰ ਢੀਂਡਸਾ ਬੋਲੇ ਜੇ ਕਿਸਾਨਾਂ ਨੂੰ ਆਈ ਮੁਸ਼ਕਿਲ ਤਾਂ ਸਰਕਾਰ ਹੋਵੇਗੀ ਜ਼ਿੰਮੇਵਾਰ। ਨਵੀਂ ਯੂਨੀਅਨ ਦਾ ਵੀ ਕੀਤਾ ਵਿਰੋਧ। ਨੋ ਹਿੰਸਾ ਮਾਮਲੇ ਦੇ ਵਿੱਚ 2 ਦਿਨਾਂ ਪੁਲਿਸ ਰਿਮਾਂਡ ਤੇ ਕਾਂਗਰਸ ਦੇ ਵਿਧਾਇਕ ਮਾਮਨ ਖਾਨ। ਦੇਰ ਰਾਤ ਹਰਿਆਣਾ ਪੁਲਿਸ ਨੇ ਘਰ ਤੋਂ ਕੀਤਾ ਸੀ ਗ੍ਰਿਫਤਾਰ। ਹਿੰਸਾ ਦੇ ਵਿੱਚ ਮਾਮਨ ਖਾਨ ਦੀ ਭੂਮਿਕਾ ਆਈ ਸਾਹਮਣੇ। ਨੂੰਹ ਦੇ ਵਿੱਚ ਕੱਲ ਰਾਤ 12 ਵਜੇ ਤੱਕ ਇੰਟਰਨੈਟ ਬੰਦ। ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਨੂੰ ਵੱਡੀ ਰਾਹਤ। ਚੰਡੀਗੜ੍ਹ ਕੋਰਟ ਨੇ ਅਗਾਊਂ ਜ਼ਮਾਨਤ ਦੀ ਪਟੀਸ਼ਨ ਕੀਤੀ ਮਨਜ਼ੂਰ। ਜੂਨੀਅਰ ਮਹਿਲਾ ਕੋਚ ਨੇ ਛੇੜਛਾੜ ਦੇ ਲਗਾਏ ਨੇ ਇਲਜ਼ਾਮ। ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਮੌਤ ਦਾ ਮਾਮਲਾ ਗਰਮਾਇਆ। ਯੂਨੀਵਰਸਿਟੀ ਪਹੁੰਚ ਕੇ ਪਰਿਵਾਰ ਵਾਲਿਆਂ ਨੇ ਜਤਾਇਆ ਵਿਰੋਧ। ਪ੍ਰੋਫੈਸਰ ਦੇ ਖਿਲਾਫ ਕਾਰਵਾਈ ਦੀ ਮੰਗ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਸੀਲਬੰਦ ਰਿਪੋਰਟ ਖੋਲਣ ਦੇ ਉੱਤੇ ਰੋਕ ਹਾਈ ਕੋਰਟ ਲਗਾ ਦੇਵੇ, ਨਸ਼ੇ ਦੇ ਮੁੱਦੇ ਨਾਲ ਜੁੜੀ ਇਹ ਸੀਲਬੰਦ ਰਿਪੋਰਟ ਹੋਵੇ, ਫਿਰ ਫਰਕ ਤਾਂ ਪੈਂਦਾ ਹੈ। ਅੱਜ ਸ਼ੁਰੂਆਤ ਇੱਥੋਂ ਹੀ ਕਰਨ ਜਾ ਰਹੇ ਹਾਂ। ਡਰੱਗ ਰੈਕਟ ਕੇਸ ਦੇ ਵਿੱਚ ਇਸ ਸਮੇਂ ਦੀ ਵੱਡੀ ਖਬਰ ਹੈ ਕਿ ਚੌਥੀ ਸੀਲਬੰਦ ਰਿਪੋਰਟ ਨਹੀਂ ਖੁੱਲੇਗੀ। ਹਾਈ ਕੋਰਟ ਦੇ ਵੱਲੋਂ ਆਦੇਸ਼ ਕਰ ਦਿੱਤੇ ਗਏ ਨੇ। ਹਾਈ ਕੋਰਟ ਦੇ ਵਿੱਚ ਪਈ ਸੀਲਬੰਦ ਰਿਪੋਰਟ ਤਤਕਾਲੀ ਐਸਆਈਟੀ ਮੁਖੀ ਸਾਬਕਾ ਡੀਜੀਪੀ ਸਿद्धार्थ चट्टोपाध्याय ਨੇ ਬਣਾਈ ਸੀ। ਰਿਪੋਰਟ ਚੌਥੀ ਰਿਪੋਰਟ ਦੇ ਉੱਤੇ ਸਿਰਫ चट्टोपाध्याय ਦੇ ਹੀ ਦਸਤਖਤ ਨੇ। ਸਾਬਕਾ ਡੀਜੀਪੀ ਦਿਨਕਰ ਗੁਪਤਾ ਤੇ ਡੀਜੀਪੀ ਸੁਰੇਸ਼ ਅਰੋੜਾ ਦੇ ਖਿਲਾਫ ਇਹ ਰਿਪੋਰਟ ਕਿਹਾ ਜਾਂਦਾ ਹੈ ਕਿ ਤਿਆਰ ਕੀਤੀ ਗਈ ਸੀ। ਇੰਦਰਜੀਤ ਚੱਡਾ ਕੇਸ ਦੇ ਵਿੱਚ ਵੀ ਹਾਈ ਕੋਰਟ ਦਾ ਵੱਡਾ ਫੈਸਲਾ ਆਇਆ। ਚੱਡਾ ਕੇਸ ਦੀ ਜਾਂਚ ਤੇ ਲੱਗੀ ਰੋਕ ਵੀ ਹਾਈ ਕੋਰਟ ਨੇ ਹਟਾ ਦਿੱਤੀ ਹੈ, ਤਾਂ ਉਸ ਮਾਮਲੇ 'ਚ ਜਾਂਚ ਹੋ ਸਕੇਗੀ। ਦੂਜੇ ਪਾਸੇ ਡਰੱਗ ਰੈਕਟ ਕੇਸ ਦੇ ਵਿੱਚ ਜਿਹੜੀ ਚੌਥੀ ਸੀਲਬੰਦ ਰਿਪੋਰਟ ਹੈ, ਜਿਸ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਸੀ ਕਿ ਪੰਜਾਬ ਦੇ ਵੱਡੇ ਪੁਲਿਸ ਅਧਿਕਾਰੀਆਂ ਦੇ ਨਾਮ ਇਸ ਦੇ ਵਿੱਚ ਹੈ ਜਾਂ ਹੋ ਸਕਦੇ ਨੇ, ਉਸ ਰਿਪੋਰਟ ਨੂੰ ਨਹੀਂ ਖੋਲਿਆ ਜਾਵੇਗਾ। ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਰਿਪੋਰਟ ਨੂੰ ਨਹੀਂ ਖੋਲਿਆ ਜਾਏਗਾ ਕਿਉਂਕਿ ਇਸ ਰਿਪੋਰਟ ਦੇ ਉੱਤੇ ਦਸਤਖਤ ਸਿਰਫ चट्टोपाध्याय ਦੇ ਸੀ। ਐਸਆਈਟੀ ਦੇ ਮੁਖੀ चट्टोपाध्याय ਦੇ ਹੀ ਦਸਤਖਤ ਸੀ। ਕਾਬਿਲੇ ਗੌਰ ਹੈ ਕਿ ਇਸ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸਾਬਕਾ ਡੀਜੀਪੀ ਜੋ ਪੰਜਾਬ ਦੇ ਦਿਨਕਰ ਗੁਪਤਾ ਤੇ ਸੁਰੇਸ਼ ਅਰੋੜਾ ਰਹੇ ਨੇ, ਉਹਨਾਂ ਦੇ ਨਾਮ ਦਾ ਵੀ ਜ਼ਿਕਰ ਹੁੰਦਾ ਹੈ। ਖੈਰ ਫਿਲਹਾਲ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਰਿਪੋਰਟ ਨਹੀਂ ਖੋਲੀ ਜਾਏਗੀ। ਉਮੇਸ਼ ਸ਼ਰਮਾ ਸਾਡੇ ਸਹਿਯੋਗੀ ਫੋਨ ਲਾਈਨ ਤੇ ਇਸ ਸਮੇਂ ਸਾਡੇ ਨਾਲ ਨੇ। ਉਮੇਸ਼, ਕੀ ਕੁਝ ਜਾਣਕਾਰੀ ਹੈ ਇਸ ਪੂਰੇ ਮਾਮਲੇ 'ਚ? ਹਾਈ ਕੋਰਟ ਦੇ ਵਿੱਚ ਕੀ ਕੁਝ ਹੈ, ਕੀ ਕੁਝ ਕਿਹਾ ਗਿਆ? ਦੇਖੋ, ਜਦੋਂ ਤੋਂ ਇਹ ਇਸ਼ੂ ਪੰਜਾਬ ਡਰੱਗ ਰੈਕਟ ਹੈ ਔਰ ਇਹਦੇ ਵਿੱਚ ਇਹ ਜਿਹੜੀ ਚੌਥੀ ਰਿਪੋਰਟ ਹੈ ਸੀਲਬੰਦ ਰਿਪੋਰਟ, ਇਹਦਾ ਜ਼ਿਕਰ ਬਾਰ-ਬਾਰ ਆਉਂਦਾ ਹੈ ਔਰ ਸ਼ੁਰੂ ਤੋਂ ਹੀ ਇਸ ਰਿਪੋਰਟ ਨੂੰ ਲੈ ਕੇ ਇਹ ਵੀ ਗੱਲ ਚੱਲਦੀ ਸੀ ਕਿਉਂਕਿ ਇਹ ਉਸ ਟਾਈਮ ਦੇ ਐਸਆਈਟੀ ਮੁਖੀ ਸਿद्धार्थ चट्टोपाध्याय ਦੀ ਰਿਪੋਰਟ ਸੀਗੀ। ਜਿਹੜੇ ਬਾਕੀ ਐਸਆਈਟੀ ਮੈਂਬਰ ਸੀਗੇ ਉਹਨਾਂ ਨੇ ਇਸ ਰਿਪੋਰਟ ਤੇ ਸਾਈਨ ਨਹੀਂ ਕੀਤਾ ਸੀ, ਲੇਕਿਨ ਫੈਸਲਾ ਕਿਉਂਕਿ ਕੋਰਟ ਵਿੱਚ ਸੀਗਾ, ਕੋਰਟ ਵਿੱਚ ਮਾਮਲਾ ਚੱਲਦਾ ਪਿਆ ਸੀ, ਕੋਰਟ ਨੇ ਹੀ ਸਾਰਾ ਕੁਝ ਫੈਸਲਾ ਲੈਣਾ ਸੀ। ਔਰ ਜਦੋਂ ਦਿਨਕਰ ਗੁਪਤਾ ਸੁਰੇਸ਼ ਅਰੋੜਾ ਨੇ ਐਪਲੀਕੇਸ਼ਨ ਪਾਈ ਕਿ ਉਹਨਾਂ ਦਾ ਵੀ ਪੱਖ ਸੁਣਿਆ ਜਾਵੇ, ਜੇ ਰਿਪੋਰਟ ਦੇ ਜਿਹੜੇ ਫੈਕਟ ਨੇ ਜਾਂ ਰਿਪੋਰਟ ਨੂੰ ਲੈ ਕੇ ਜਿਹੜੀ ਗੱਲਾਂ ਪਤਾ ਉੱਠੀਆਂ ਨੇ, ਤਾਂ
ਕੋਰਟ ਵਿੱਚ ਹੁਣੇ ਉਮੀਦ ਸੀ ਕਿ ਕਿਆ ਰਿਪੋਰਟ ਖੁੱਲੇਗੀ ਜਾਂ ਨਹੀਂ ਖੁੱਲੇਗੀ, ਲੇਕਿਨ ਹੁਣ ਇਹ ਸਾਫ਼ ਹੋ ਗਿਆ ਕਿ ਚੌਥੀ ਰਿਪੋर्ट ਜਿਹੜੀ ਹੈ ਉਹ ਜਿਹੜੀ ਸੀਲਬੰਦ ਰਿਪੋर्ट ਹੈ, ਜਿਹੜੀ ਸਿद्धार्थ चट्टोपाध्याय ਰਿਪੋर्ट ਹੈ, ਉਹ ਨਹੀਂ ਖੁੱਲੇਗੀ, ਕਿਉਂਕਿ ਇਹ ਵੀ ਗੱਲਾਂ ਸਾਫ਼ ਸੀਗੀਆਂ ਕਿ ਉਹ ਰਿਪੋर्ट ਦਿਨਕਰ ਗੁਪਤਾ ਤੇ ਸੁਰੇਸ਼ ਅਰੋੜਾ ਦੇ ਖਿਲਾਫ ਹੈ। ਹੁਣ ਇਹ ਗੱਲ ਕਲੀਅਰ ਹੋ ਗਈ ਕਿ ਇਹ ਰਿਪੋर्ट ਨਹੀਂ ਖੁੱਲੇ ਕਿਉਂਕਿ ਸਾਈਨ ਸਿਰਫ सिद्धार्थ चट्टोपाध्याय ਦੇ ਸੀਗੇ ਤੇ ਬਾਕੀ ਐਸਆਈਟੀ ਮੈਂਬਰ ਨੇ ਮਨਾ ਕਰਤਾ ਸੀ, ਕਿਉਂਕਿ ਪੁਲਿਸ ਆਫੀਸ਼ੀਅਲ ਟੌਪ ਆਫੀਸ਼ੀਅਲਸ ਵੀ ਪੰਜਾਬ ਦੇ, ਜਿੱਦਾਂ ਸਭ ਨੂੰ ਪਤਾ ਹੈ ਗੌਰਵ, ਕਿ ਇੱਕ ਆਪਸ 'ਚ ਵੀ ਉਹਨਾਂ ਦੀ ਇੱਕ ਰਹੀ ਹੈ, ਇੱਕ ਰਾਈਵਲਰੀ ਕਹਿ ਲਓ ਰਹੀ ਹੈ, ਕਿਉਂਕਿ ਟੌਪ ਆਫੀਸ਼ੀਅਲਸ ਨੇ ਔਰ ਸਾਰੇ ਤਿੰਨਾਂ ਦੇ ਤਿੰਨ ਡੀਜੀਪੀ ਰਹੇ ਨੇ। ਹੁਣ ਗੱਲ ਆਉਂਦੀ ਹੈ ਜਦੋਂ ਇੰਦਰਜੀਤ ਚੱਡਾ ਕੇਸ, ਉਸ ਤੇ ਰੋਕ ਲੱਗੀ ਹੋਈ ਸੀ, ਉਹਦੇ ਵਿੱਚ सिद्धार्थ चट्टोपाध्याय ਦਾ ਨਾਮ ਸੀਗਾ। ਕੋਰਟ ਨੇ ਉਹ ਵੀ ਕਹਿਤਾ ਵੀ ਰੋਕ ਹਟਾ ਕੇ ਅੱਗੇ ਕੇਸ ਦੀ ਜਿਹੜੀ ਜਾਂਚ ਹੈ ਉਹ ਵਧਾਈ ਜਾ ਸਕਦੀ ਹੈ। ਤਾਂ ਕਿਤੇ ਨਾ ਕਿਤੇ ਹੁਣ ਇਹ ਕਲੀਅਰ ਹੋ ਗਿਆ ਕਿ ਚੌਥੀ ਰਿਪੋर्ट ਨਹੀਂ ਖੁੱਲੇਗੀ, ਔਰ ਕਿਉਂਕਿ ਉਹਦੇ ਵਿੱਚ सिद्धार्थ चट्टोपाध्याय ਦੇ ਸਿਰਫ ਸਾਈਨ ਸੀਗੇ, ਸੀਲਬੰਦ ਰਿਪੋर्ट ਸੀਗੀ। ਔਰ ਇਸ ਤੋਂ ਇਲਾਵਾ ਜਿਹੜਾ ਇੰਦਰਜੀਤ ਚੱਡਾ ਕੇਸ ਹੈ ਉਹਦੀ ਜਾਂਚ ਜਿਹੜੀ ਹੈ ਕਿ ਅੱਗੇ ਵਧੇਗੀ ਔਰ ਹੁਣ ਦੇਖਣਾ ਹੋਏਗਾ ਕਿ ਬਾਕੀ ਡਿਟੇਲ ਆਰਡਰ ਜਿਹੜਾ ਹੈ, ਕਿਉਂਕਿ ਫੈਸਲਾ ਚਲੋ ਇੱਕ ਹੋਰ ਛੋਟਾ ਜਿਹਾ ਸਵਾਲ ਹੈ ਉਮੇਸ਼, ਰਿਪੋर्ट ਨਾ ਖੋਲਣ ਦਾ ਮਤਲਬ ਇਹ ਸਮਝਿਆ ਜਾਵੇ ਕਿ ਉਹ ਰਿਪੋर्ट ਫਿਰ ਇੱਕ ਤਰੀਕੇ ਨਾਲ ਖਤਮ ਹੀ ਹੋਗੀ, ਨਾ ਕਦੇ ਖੁੱਲੇਗੀ, ਨਾ ਉਸਦੇ ਉੱਤੇ ਕੋਈ ਐਕਸ਼ਨ ਹੋਏਗਾ, ਨਾ ਕੋਈ ਗੱਲਬਾਤ ਹੋਏਗੀ, ਇਹ ਸਮਝਿਆ ਜਾਵੇ ਜਾਂ ਕੋਈ ਹਾਈ ਕੋਰਟ ਨੇ ਹੋਰ ਆਦੇਸ਼ ਦਿੱਤੇ ਨੇ ਇਸ ਰਿਪੋर्ट ਨੂੰ ਲੈ ਕੇ? ਉਮੇਸ਼, ਡਰੱਗਸ ਮਾਮਲੇ ਨੂੰ ਲੈ ਕੇ ਉਹ ਆਣਾ ਬਾਕੀ ਹੈ, ਇਹ ਹਲੇ ਡਿਟੇਲ ਆਰਡਰ ਆਣਾ ਬਾਕੀ ਹੈ, ਲੇਕਿਨ ਜਦੋਂ ਇਹ ਕਿਹਾ ਜਾਂਦਾ ਕਿ ਚੌਥੀ ਰਿਪੋर्ट ਨਹੀਂ ਖੁੱਲੇਗੀ ਤਾਂ ਇਹਦਾ ਮਤਲਬ ਬਿਲਕੁਲ ਸਾਫ਼ ਹੈ ਕਿ ਹੁਣ ਉਹਦੇ ਕੋਈ ਮਾਇਨੇ ਨਹੀਂ ਰਹੇ, ਤਾਂ ਹੀ ਉਹ ਖੋਲ ਨਹੀਂ ਰਹੇ ਹੈ। ਜੇ ਕੋਰਟ ਕਹਿੰਦਾ ਕਿ ਹਾਂ ਜੀ ਇਹ ਖੋਲੀ ਜਾਵੇ ਤੇ ਇਸ ਤੇ ਐਕਸ਼ਨ ਲਿਆ ਜਾਵੇ ਤਾਂ ਫਿਰ ਉਹਦੇ ਮਾਇਨੇ ਬਣਦੇ ਨੇ, ਲੇਕਿਨ ਜਦੋਂ ਸਾਫ਼ ਕਹਤਾ ਕਿ ਰਿਪੋर्ट ਨਹੀਂ ਖੁੱਲੇਗੀ ਤਾਂ ਇਟ ਮੀਨਸ ਉਹਦੀ ਰਿਪੋर्ट ਦੀ ਕੋਈ ਹੁਣ ਵੈਲਿਊ ਨਹੀਂ ਰਹਿ ਸਕਦੀ। ਚਲੋ ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਡਿਟੇਲ ਆਰਡਰ ਜਿਵੇਂ ਆਉਂਦੇ ਨੇ ਅਸੀਂ ਉਮੇਸ਼ ਦੇ ਨਾਲ ਦੁਬਾਰਾ ਕੰਟੈਕਟ ਕਰਾਂਗੇ ਔਰ ਉਹਨਾਂ ਤੋਂ ਹੋਰ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕਰਾਂਗੇ। ਵੱਡੀ ਖਬਰ ਹੈ ਇਸ ਸਮੇਂ, ਕਿਉਂਕਿ ਡਰੱਗ ਰੈਕਟ ਕੇਸ ਦੇ ਵਿੱਚ ਜਿਹੜੀਆਂ ਜਾਂਚਾਂ ਹੋਈਆਂ, ਵੱਖ-ਵੱਖ ਰਿਪੋਰਟਸ ਬਣੀਆਂ, ਉਹਨਾਂ ਦੇ ਵਿੱਚੋਂ ਇੱਕ ਰਿਪੋर्ट, ਚੌਥੀ ਰਿਪੋर्ट ਹੈ, 3 ਨੂੰ ਖੋਲਣ ਦੀ ਇਜਾਜ਼ਤ ਦਿੱਤੀ ਗਈ ਸੀ। ਖੈਰ ਚੌਥੀ ਰਿਪੋर्ट ਦੇ ਵਿੱਚ ਵੱਡੇ ਪੁਲਿਸ ਅਧਿਕਾਰੀਆਂ ਦੇ ਨਾਮ ਦੀ ਖੂਬ ਚਰਚਾ ਹੋਈ ਹੈ ਕਿ ਉਹਨਾਂ ਦੇ ਨਾਮ ਨੇ, ਪਰ ਇਸ ਰਿਪੋर्ट ਦੇ ਉੱਤੇ ਐਸਆਈਟੀ ਦੇ ਮੁਖੀ ਦੇ ਹੀ ਦਸਤਖਤ ਸੀ, सिद्धार्थ चट्टोपाध्याय ਦੇ। ਤਾਂ ਹੁਣ ਸਵਾਲ ਹੀ ਹੈ ਕਿ ਇਹ ਰਿਪੋर्ट ਬਿਲਕੁਲ ਇਸ ਦੀ ਕੋਈ ਵੈਲਿਊ ਨਹੀਂ ਰਹੀ। ਫਿਲਹਾਲ ਹਾਈ ਕੋਰਟ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਨਹੀਂ, ਇਹ ਰਿਪੋर्ट ਨਹੀਂ ਖੋਲੀ ਜਾਏਗੀ। ਉਧਰ ਦੂਜੇ ਪਾਸੇ ਕੋਟਪੁਰਾ ਗੋਲੀकांड ਮਾਮਲੇ ਦੇ ਵਿੱਚ ਵੀ ਇੱਕ ਵੱਡੀ ਖਬਰ ਆਈ ਹੈ। ਇੱਥੇ ਚੌਥੀ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ ਹੈ। ਫਰੀਦਕੋਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਹੈ ਚੌਥੀ ਚਾਰਜਸ਼ੀਟ। 22 ਪੰਨਿਆਂ ਦੀ ਇਹ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਕੋਟਪੁਰਾ ਗੋਲੀकांड 2015 ਦੇ ਵਿੱਚ ਵਾਪਰਦਾ ਜਦੋਂ ਸੂਬੇ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸੀ। ਉਸ ਤੋਂ ਬਾਅਦ ਕੋਟਪੁਰਾ ਤੇ ਬਹਿਬਲ ਕਲਾਂ ਦੋਵੇਂ ਥਾਵਾਂ ਦੇ ਉੱਤੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਸੀ। ਬੇਅਦਬੀਆਂ ਦੇ ਮਾਮਲੇ 'ਚ ਰੋਸ ਜਤਾਉਂਦੇ ਹੋਏ ਉਹ ਪ੍ਰਦਰਸ਼ਨ ਹੋ ਰਹੇ ਸੀ। ਕੋਟਪੁਰਾ ਅਤੇ ਬਹਿਬਲ ਕਲਾਂ ਦੇ ਵਿੱਚ ਦੋਵੇਂ ਥਾਵਾਂ ਦੇ ਉੱਤੇ ਗੋਲੀ ਚੱਲਦੀ ਹੈ। ਪ੍ਰਦਰਸ਼ਨਕਾਰੀਆਂ ਦੇ ਉੱਤੇ ਪੁਲਿਸ ਤੇ ਇਲਜ਼ਾਮ ਨੇ ਕਿ ਉਹਨਾਂ ਨੂੰ ਹਟਾਇਆ ਗਿਆ, ਉੱਥੇ ਗੋਲੀ ਚਲਾ ਦਿੱਤੀ ਗਈ। ਕੋਟਪੁਰਾ ਦੇ ਵਿੱਚ ਹਾਲਾਂਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਸੀ, ਪਰ ਉਸ ਪੂਰੇ ਮਾਮਲੇ ਦੇ ਵਿੱਚ ਵਕਤ ਤੋਂ ਐਸਆਈਟੀ ਜ਼ਰੂਰ ਬਣਾਈ ਗਈ, ਉਹ ਪੂਰੀ ਜਾਂਚ ਕਰ ਰਹੀ ਹੈ। ਚੌਥੀ ਚਾਰਜਸ਼ੀਟ ਦਾਖਲ ਕੀਤੀ ਗਈ ਹੈ ਫਰੀਦਕੋਟ ਦੀ ਅਦਾਲਤ ਦੇ ਵਿੱਚ ਔਰ ਤੁਹਾਨੂੰ ਦੱਸ ਦਈਏ ਕਿ ਇਸ ਵਾਰ 22 ਪੇਜਿਸ ਦੀ 22 ਪੇਜਿਸ ਦੀ ਇਹ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਤਾਂ ਕੋਟਪੁਰਾ ਗੋਲੀकांड ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਕੋਟਪੁਰਾ ਗੋਲੀकांड 2015 ਦੇ ਵਿੱਚ ਵਾਪਰਿਆ। ਉਸ ਸਮੇਂ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਦੀ ਸਰਕਾਰ ਸੀ। ਬੇਅਦਬੀ ਦੀਆਂ ਘਟਨਾਵਾਂ ਹੋਣ ਤੋਂ ਬਾਅਦ ਇਹ ਪੂਰਾ ਘਟਨਾਕ੍ਰਮ ਵਾਪਰਿਆ ਸੀ। ਹਾਲਾਂਕਿ ਜਿਹੜਾ ਬਹਿਬਲ ਕਲਾਂ ਦਾ ਮਾਮਲਾ ਹੋਇਆ, ਉੱਥੇ ਜਿਹੜੀ ਗੋਲੀ ਚੱਲੀ, ਉੱਥੇ 2 ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਦੀ ਮੌਤ ਹੋ ਗਈ ਸੀ। ਕੋਟਪੁਰਾ ਦੇ ਵਿੱਚ ਹਾਲਾਂਕਿ ਇਹ ਤੁਸੀਂ ਕਹਿ ਸਕਦੇ ਹੋ ਕਿ ਬਚਾ ਰਿਹਾ, ਪਰ ਉਸ ਪੂਰੇ ਮਾਮਲੇ 'ਚ ਗੋਲੀ ਕਿਉਂ ਚੱਲੀ, ਕਿਸਨੇ ਚਲਾਈ ਔਰ ਉਸ ਪੂਰੇ ਮਾਮਲੇ 'ਚ ਜਾਂਚ ਅੱਗੇ ਵਧ ਰਹੀ ਹੈ। ਕਾਬਿਲ ਗੌਰ ਹੈ ਕਿ ਹੁਣ ਚੌਥੀ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਨਪਿੰਦਰ ਸਾਡੇ ਸਹਿਯੋਗੀ ਇਸ ਸਮੇਂ ਫੋਨ ਲਾਈਨ ਤੇ ਨੇ। ਨਪਿੰਦਰ, ਕੀ ਕੁਝ ਜਾਣਕਾਰੀ ਤੁਹਾਡੇ ਕੋਲ ਇਸ ਚੌਥੀ ਚਾਰਜਸ਼ੀਟ ਨੂੰ ਲੈ ਕੇ ਕੋਟਪੁਰਾ ਗੋਲੀकांड ਮਾਮਲੇ 'ਚ? ਲਗਾਤਾਰ ਜਾਂਚ ਅੱਗੇ ਵੱਲ ਵਧ ਰਹੀ ਹੈ ਤਾਂ ਤੇਜ਼ੀ ਦੇ ਨਾਲ ਕਾਰਵਾਈ ਵਾਲੇ ਪਾਸੇ ਨੂੰ ਜਿਹੜਾ ਕਿਸੇ ਪ੍ਰੋਸੈਸ ਹੈ ਜਿਹੜਾ ਉਹ ਪੂਰਾ ਹੋ ਰਿਹਾ। ਦੇਖੋ, ਕੋਟਕਪੂਰਾ ਗੋਲੀकांड, ਬਹਿਬਲ ਕਲਾਂ ਗੋਲੀकांड ਔਰ ਬੇਅਦਬੀ ਦੇ ਮਸਲੇ, ਇਹ ਸਾਰੇ ਮਸਲੇ ਕਿਤੇ ਨਾ ਕਿਤੇ ਇੰਟਰਕਨੈਕਟਡ ਦੇਖੇ ਜਾਂਦੇ ਨੇ, ਕਿਉਂਕਿ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਉਸੇ ਤੋਂ ਬਾਅਦ ਪ੍ਰਦਰਸ਼ਨ ਸ਼ੁਰੂ ਹੋਏ ਔਰ ਉਹਨਾਂ ਪ੍ਰਦਰਸ਼ਨਾਂ ਦੇ ਦੌਰਾਨ ਗੋਲੀकांड ਵਾਪਰਦਾ। ਗੋਲੀकांड ਦੇ ਦੌਰਾਨ ਬਹਿਬਲ ਕਲਾਂ ਵਿੱਚ 2 ਲੋਕਾਂ ਦੀ ਜਾਨ ਜਾਂਦੀ ਹੈ, ਪਰ ਅੱਜ ਜਿਹੜੀ ਗੱਲ ਹੋ ਰਹੀ ਹੈ ਕੋਟਕਪੂਰਾ ਗੋਲੀकांड ਦੀ ਹੋ ਰਹੀ ਹੈ, ਜਿੱਥੇ ਕਈ ਲੋਕ ਜ਼ਖਮੀ ਹੋਏ ਸੀ। ਸਿੱਖ ਪ੍ਰਦਰਸ਼ਨਕਾਰੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਰੋਸ ਵਜੋਂ ਇਨਸਾਫ ਦੇ ਲਈ ਧਰਨਾ ਦੇ ਰਹੇ ਸੀ, ਉੱਥੇ ਟਕਰਾਅ ਹੋਇਆ ਸੀ, ਗੋਲੀ ਚੱਲੀ ਸੀ ਜੀ। ਦੇਖੋ, ਇਸ ਮਾਮਲੇ ਦੇ ਵਿੱਚ ਪਹਿਲਾਂ ਵੀ ਜਿਹੜੀਆਂ 3 ਚਾਰਜਸ਼ੀਟ ਜਿਹੜੀਆਂ ਨੇ ਉਹ ਦਾਇਰ ਕੀਤੀਆਂ ਗਈਆਂ ਔਰ ਮੋਟਾ ਅਗਰ ਹਿਸਾਬ ਲਾਈਏ ਤਾਂ ਦੇਖੋ ਹੁਣ 22 ਪੇਜਾਂ ਦਾ ਚੌਥਾ ਚਲਾਨ ਹੈ ਜਿਹੜਾ 4 ਚਲਾਨ ਜਿਹੜੇ ਪੇਸ਼ ਕਰ ਦਿੱਤੇ ਗਏ, ਕਿਉਂਕਿ ਜਿਵੇਂ ਜਾਂਚ ਅੱਗੇ ਵੱਧਦੀ ਹੈ, ਜਿਵੇਂ ਨਵੇਂ ਫੈਕਟ ਸਾਹਮਣੇ ਆਉਂਦੇ ਨੇ, ਦੇਖੋ ਕਿਸੇ ਵੀ ਮੁਕੱਦਮੇ ਦੇ ਵਿੱਚ ਕਾਨੂੰਨੀ ਤੌਰ ਤੇ
ਜਾਂਚ ਏਜੰਸੀ ਕੋਲੇ, ਪੁਲਿਸ ਕੋਲੇ, ਜਾਂਚ ਅਧਿਕਾਰੀ ਕੋਲੇ ਅਧਿਕਾਰ ਹੁੰਦਾ ਕਿ ਉਹ ਜਾਂਚ, ਉਹਨਾਂ ਨੇ ਇੱਕ ਚਾਰਜ ਸ਼ੀਟ ਦਾਇਰ ਕਰਤੀ, ਉਸ ਤੋਂ ਬਾਅਦ ਜਾਂਚ ਦੇ ਵਿੱਚ ਨਵੇਂ ਫੈਕਟ ਸਾਹਮਣੇ ਆ ਜਾਂਦੇ ਨੇ ਤਾਂ ਸਪਲੀਮੈਂਟਰੀ ਚਲਾਨ ਜਿਹੜਾ ਐਡੀਸ਼ਨਲ ਚਲਾਨ ਉਹ ਦੇ ਸਕਦੇ ਆ। ਉਹੀ ਇਸ ਕੇਸ ਦੇ ਵਿੱਚ ਹੋ ਰਿਹਾ। ਲਗਾਤਾਰ ਦੇਖੋ ਕੁਝ ਦਿਨ ਪਹਿਲਾਂ ਹੀ ਜਿਹੜਾ ਹੈਗਾ ਚੌਥਾ ਚਲਾਨ ਦਿੱਤਾ ਗਿਆ ਸੀ, ਔਰ ਜੇ ਆਪਾਂ ਇਹਨਾਂ ਦਾ ਲਾ ਲਈਏ ਤਾਂ ਦੇਖੋ ਜੀ ਜਿਹੜਾ ਚੌਥਾ ਚਲਾਨ ਸੀ ਉਹਦੇ ਵਿੱਚ 7000 ਦੇ ਕਰੀਬ ਪੇਜਾਂ ਦਾ ਚੌਥਾ ਚਲਾਨ ਸੀ। ਉਸ ਤੋਂ ਪਹਿਲਾਂ 2000 ਤੇ 400 ਯਾਨੀ 2400, ਉਸ ਤੋਂ ਪਹਿਲਾਂ ਕਰੀਬ 2500 ਪੇਜਾਂ ਦਾ। ਤਾਂ ਦੇਖੋ ਇਹ ਹੁਣ ਨਵਾਂ ਚੌਥਾ ਚਲਾਨ ਆਇਆ, ਇਹ ਮਹਿਜ਼ 22 ਪੇਜਾਂ ਦਾ ਚਲਾਨ ਹੈ। ਤਾਂ ਲੱਗਦਾ ਹੈ ਕਿ ਇਹਨੂੰ, ਹਾਲਾਂਕਿ ਫੈਕਟਸ ਜਿਹੜੇ ਨੇ ਉਹ ਅੱਗੇ ਜਾ ਕੇ ਸਾਹਮਣੇ ਆਉਣਗੇ, ਲੱਗਦਾ ਹੈ ਕਿ ਕੇਸ ਆ ਜਿਹੜਾ ਉਹ ਨਿਬੇੜੇ ਵਾਲੇ ਪਾਸੇ ਨੂੰ ਵੱਧ ਰਿਹਾ। ਕਿਉਂਕਿ ਦੇਖੋ ਸਰਕਾਰਾਂ, ਪਿਛਲੀ ਸਰਕਾਰ ਨੇ ਵੀ ਦਾਅਵਾ ਕੀਤਾ ਸੀ ਕਿ ਅਸੀਂ ਇਨਸਾਫ ਦਵਾਵਾਂਗੇ ਇਸ ਮਾਮਲੇ ਦੇ ਵਿੱਚ, ਪਰ ਇਸ ਸਰਕਾਰ ਨੇ ਵੀ ਦਾਅਵਾ ਕੀਤਾ ਸੀ ਕਿ ਅਸੀਂ ਜਲਦੀ ਤੋਂ ਜਲਦੀ ਕੇਸ ਦੇ ਵਿੱਚ ਇਨਸਾਫ ਦਵਾਵਾਂਗੇ, ਜਿਹੜੇ ਲੋਕ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਵਾਵਾਂਗੇ। ਹੁਣ ਇਹ ਮੰਨਿਆ ਜਾ ਸਕਦਾ ਹੈ ਕਿ ਜਾਂਚ ਤੇਜ਼ ਹੈ, ਕਾਰਵਾਈ ਜਿਹੜੀ ਹੈਗੀ ਹੈ ਤੇਜ਼ੀ ਦੇ ਨਾਲ ਅੱਗੇ ਵਧ ਰਹੀ ਹੈ। ਤੀਜੇ ਤੋਂ ਬਾਅਦ ਚੌਥੇ ਚਲਾਨ ਦਾ ਕੁਝ ਦਿਨਾਂ ਦੇ ਵਿੱਚ ਜਿਹੜਾ ਹੈਗਾ ਦਾਇਰ ਹੋਣਾ, ਇਹ ਕਿਤੇ ਨਾ ਕਿਤੇ ਸੰਕੇਤ ਦਿੰਦਾ ਹੈ ਕਿ ਹੁਣ ਜਲਦੀ ਮਾਮਲਾ ਨਿਬੇੜੇ ਵਾਲੇ ਪਾਸੇ ਵਧੇਗਾ। ਕਿਉਂਕਿ ਜਦੋਂ ਪੂਰੇ ਚਾਰਜ ਸ਼ੀਟ ਕੰਪਲੀਟ ਹੋਏਗੀ ਤਾਂ ਫਿਰ ਟ੍ਰਾਇਲ ਆ ਜਿਹੜਾ ਉਹ ਕਿਸੇ ਕਾਰਵਾਈ ਵਾਲੇ ਪਾਸੇ ਜਿਹੜੀ ਉਹਦੇ ਤੇ ਕੋਈ ਡਿਸੀਜਨ ਵਾਲੇ ਪਾਸੇ ਵਧੇਗੀ। ਜੀ ਠੀਕ ਹੈ ਨੁਪਿੰਦਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਜਿਵੇਂ ਨੁਪਿੰਦਰ ਜ਼ਿਕਰ ਕਰ ਰਹੇ ਸੀ, ਕਿਉਂਕਿ ਪਹਿਲਾਂ ਤੁਸੀਂ ਕਹਿ ਸਕਦੇ ਹੋ ਸੈਂਕੜੇ ਪੇਜਿਸ ਦੀ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ, ਚੌਥੀ ਚਾਰਜ ਸ਼ੀਟ ਹੈ 22 ਪੇਜਿਸ ਦੀ। ਇਹ ਵੀ ਇੱਕ ਇਸ਼ਾਰਾ ਹੁੰਦਾ ਹੈ ਕਿ ਪੂਰਾ ਕੇਸ ਕਨਕਲੂਡ ਕਰਨ ਵਾਲੇ ਪਾਸੇ ਜਿਹੜੀ ਏਜੰਸੀ ਲੱਗੀ ਹੋਈ ਹੈ, ਜਾਂਚ ਕਰ ਰਹੀ ਹੈ, ਉਹ ਵੱਧ ਰਹੀ ਹੈ। ਖੈਰ ਹੁਣ ਕੋਟਕਪੂਰਾ ਮਾਮਲੇ ਦੇ ਵਿੱਚ ਅੱਗੇ ਅਦਾਲਤ ਦੇ ਵਿੱਚ ਕੀ ਕੁਝ ਹੁੰਦਾ ਹੈ ਉਹ ਵੀ ਜ਼ਰੂਰ ਦੇਖਣ ਵਾਲੀ ਗੱਲ ਰਹੇਗੀ। ਕਾਬਲੇ ਗੌਰ ਹੈ ਕਿ ਇਸ ਦੇ ਵਿੱਚ ਉਸ ਸਮੇਂ ਦੇ ਤਤਕਾਲੀ ਹੋਮ ਮਿਨਿਸਟਰ, ਡਿਪਟੀ ਸੀਐਮ ਵੀ ਨਾਮਜ਼ਦ ਕੀਤੇ ਗਏ ਨੇ, ਸੁਖਬੀਰ ਸਿੰਘ ਬਾਦਲ, ਔਰ ਕਈ ਹੋਰ ਵੱਡੇ ਪੁਲਿਸ ਅਧਿਕਾਰੀਆਂ ਨੂੰ ਵੀ ਨਾਮਜ਼ਦ ਇਸ ਗੋਲੀकांड ਮਾਮਲੇ 'ਚ ਕੀਤਾ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਹੈ ਖਡੂਰ ਸਾਹਿਬ ਤੋਂ। ਐਸਡੀਐਮ ਦੇ ਦਫ਼ਤਰ ਦੇ ਵਿੱਚ ਹੰਗਾਮਾ ਹੋਇਆ। ਖਡੂਰ ਸਾਹਿਬ ਦੇ ਐਸਡੀਐਮ ਦੇ ਦਫ਼ਤਰ ਦੇ ਵਿੱਚ ਹੰਗਾਮਾ ਹੋਇਆ ਹੈ। ਇੱਕ ਮਹਿਲਾ ਦੀ ਐਸਡੀਐਮ ਦੇ ਨਾਲ ਤਿੱਖੀ ਤਕਰਾਰ ਹੋ ਗਈ। ਜੀ ਹਾਂ, ਐਸਡੀਐਮ ਤੇ ਮਹਿਲਾ ਦੀ ਬਹਿਸਬਾਜ਼ੀ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਵੀਰਵਾਰ ਨੂੰ ਐਸਡੀਐਮ ਦੇ ਦਫ਼ਤਰ ਦੇ ਵਿੱਚ ਹੰਗਾਮਾ ਹੋਇਆ ਸੀ। ਜ਼ਮੀਨੀ ਕੇਸ ਦੇ ਵਿੱਚ ਤਰੀਕਾਂ ਪੈਣ ਤੋਂ ਪਰੇਸ਼ਾਨ ਸੀ ਇਹ ਮਹਿਲਾ। 1 ਸਾਲ ਪਹਿਲਾਂ ਦਾ ਜ਼ਮੀਨੀ ਵਿਵਾਦ ਹੈ, ਐਸਡੀਐਮ ਕਹਿ ਰਹੇ ਨੇ, ਤੇ ਮਹਿਲਾ ਦਫ਼ਤਰ ਤੋਂ ਫਾਈਲ ਚੋਰੀ ਕਰਕੇ ਫਰਾਰ ਹੋ ਗਈ ਸੀ। ਚੋਰੀ ਕਰਕੇ ਮਹਿਲਾ ਫਰਾਰ ਹੋ ਗਈ ਸੀ, ਇਲਜ਼ਾਮ ਲੱਗ ਰਹੇ ਨੇ, ਤੇ ਉੱਥੇ ਐਸਡੀਐਮ ਦੇ ਨਾਲ ਤਕਰਾਰ ਹੁੰਦੀ ਹੋਈ ਨਜ਼ਰ ਆਈ। ਉਹ ਵਾਇਰਲ ਹੋ ਰਹੀ ਹੈ, ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਕਿ ਕੁਝ ਇਸ ਵੀਡੀਓ ਦੇ ਵਿੱਚ ਜੋ ਗੱਲਬਾਤ ਹੋਈ ਹੈ, ਬਹਿਸ ਹੋ ਰਹੀ ਹੈ, ਉਸ ਦੇ ਵਿੱਚ ਕੀ ਬਿਨਾਂ ਵੇਖੇ ਛੁੱਟੀਆਂ ਉਹਨਾਂ ਨੂੰ ਖੱਜਲ ਖੁਆਰੀ ਕਰ ਰਹੇ ਆ। ਲੋਕੀ ਪਤਾ ਨਹੀਂ ਕਿੰਨੀ ਦੂਰੋਂ ਇੱਥੇ ਆ ਰਹੇ ਨੇ। Sitting on this chair and having this air conditioned office, you are not giving any kind of justice to people here. You are not giving justice to any. ਘੱਟੋ ਘੱਟ 20-25 ਬਜ਼ੁਰਗ ਬਾਹਰ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਇਸ ਪਰਸਨ ਤੋਂ ਇੰਨੇ ਕੁ ਜ਼ਿਆਦਾ ਪਰੇਸ਼ਾਨ ਨੇ ਕਿ ਹਰ ਵਾਰੀ ਤਰੀਕ ਪਾ ਰਹੇ ਆ, ਔਰ ਬਿਨਾਂ ਕੈਲੰਡਰ ਤੋਂ ਡੇਟ ਵੇਖੇ, ਸਾਹਮਣੇ ਕੈਲੰਡਰ ਹੈ, ਬਿਨਾਂ ਵੇਖੇ ਛੁੱਟੀਆਂ ਉਹਨਾਂ ਨੂੰ ਖੱਜਲ ਖੁਆਰੀ ਕਰ ਰਹੇ ਆ। ਲੋਕੀ ਪਤਾ ਨਹੀਂ ਕਿੰਨੀ ਦੂਰੋਂ ਇੱਥੇ ਆ ਰਹੇ ਨੇ। Sitting on this chair and having this air conditioned office, you are not giving any kind of. ਦੇਖੋ ਜੀ, ਕੱਲ ਸਾਡੇ ਕੋਲ ਰੂਪਪ੍ਰੀਤ ਕੌਰ ਸੰਧੂ ਜੀ ਸੀ ਆਪਣੀ ਮਾਤਾ ਜੀ ਦੇ ਨਾਲ। ਉਹਨਾਂ ਦਾ ਕੋਈ ਕੋਰਟ ਕੇਸ ਸੀਗਾ ਚੱਲ ਰਿਹਾ ਸਾਡੇ ਕੋਲ 145 ਦਾ, ਜਿਹਦੇ ਬਾਰੇ ਮਾਨਯੋਗ ਡੀਸੀ ਸਾਹਿਬ ਨੂੰ 30/6 ਅਤੇ 10/8 ਨੂੰ ਸਾਡੇ ਵੱਲੋਂ ਚਿੱਠੀ ਪਹਿਲੀ ਜਾਰੀ ਕਰ ਦਿੱਤੀ ਗਈ ਸੀ ਕਿ ਇਸ ਕੇਸ ਦੇ ਵਿੱਚ ਇਹਨਾਂ ਤੇ ਸਾਡੇ ਦਫ਼ਤਰ ਵੱਲੋਂ ਪਹਿਲੇ ਇੱਕ FIR ਦਰਜ ਹੋ ਚੁੱਕੀ ਹੈ ਫਾਈਲਾਂ ਚੋਰੀ ਕਰਨ ਦੀ। ਉਹਦੇ ਕਰਕੇ ਅਤੇ ਇਹਨਾਂ ਵੱਲੋਂ ਇੱਕ ਦੋ ਵਾਰੀ ਸਟਾਫ ਨਾਲ ਵੀ ਗਲਤ ਬੋਲਿਆ ਤੇ ਮੈਨੂੰ ਵੀ ਫੋਨ ਤੇ ਗਲਤ ਬੋਲਿਆ ਸੀਗਾ, ਤੇ ਅਸੀਂ ਡੀਸੀ ਸਾਹਿਬ ਨੇ ਇੱਕ ਰਿਕੁਐਸਟ ਲੈਟਰ ਭੇਜੀ ਸੀਗੀ ਕਿ ਇਹ ਕੇਸ ਸਾਡੀ ਸਬ ਡਿਵੀਜ਼ਨ ਤੋਂ ਟ੍ਰਾਂਸਫਰ ਕਰਕੇ ਕਿਸੇ ਹੋਰ ਜਗ੍ਹਾ ਤੇ ਭੇਜ ਦਿੱਤਾ ਜਾਵੇ। ਜਦੋਂ ਕੱਲ ਮੇਰੇ ਕੋਲ ਆਏ ਤੇ ਇਹਨਾਂ ਨੇ ਆਂਦਾ ਹੀ ਮੋਬਾਈਲ ਆਪਣਾ ਔਨ ਕਰ ਲਿਆ। ਅਸੀਂ ਤਾਂ ਬੜੇ ਨੰਬਰ ਤਰੀਕੇ ਨਾਲ ਪਿਆਰ ਨਾਲ ਇਹਨਾਂ ਸਮਝਾਇਆ, ਪਰ ਕਿ ਬੀਇੰਗ ਲੇਡੀ ਤੁਸੀਂ ਆਪਾਂ ਪਿਆਰ ਨਾਲ ਗੱਲ ਕਰੀਏ, ਜੇ ਕੋਈ ਪ੍ਰੋਬਲਮ ਹੈ ਤਾਂ ਦੱਸੋ, ਨਹੀਂ ਤਾਂ ਤੁਸੀਂ ਮੇਰੇ ਆਰਡਰ ਨੂੰ ਚੈਲੰਜ ਕਰ ਸਕਦੇ ਹੋ ਉੱਪਰਲੀ ਅਦਾਲਤਾਂ ਦੇ ਵਿੱਚ, ਜਾਂ ਮੇਰੇ ਬੋਸ ਨੇ ਜਿਹੜੇ ਡੀਸੀ ਸਾਹਿਬ, ਡਿਪਟੀ ਕਮਿਸ਼ਨਰ ਤਰਨਤਾਰਨ, ਉਹਨਾਂ ਕੋਲ ਜਾ ਕੇ ਤੁਸੀਂ ਗੱਲ ਕਰ ਸਕਦੇ ਹੋ। ਮੈਂ ਕਿਹਾ ਮੈਂ ਰਿਕਾਰਡ ਲੈ ਕੇ ਆ ਜਾਊਂਗਾ, ਪਰ ਇਹ ਗੱਲ ਨਹੀਂ ਮੰਨੇ। ਇਹਨਾਂ ਨੇ ਮੇਰੇ ਨਾਲ ਵੀ ਬਦਤਮੀਜ਼ੀ ਕੀਤੀ। ਇਹਨਾਂ ਨੇ ਜਿਹੜੇ ਉੱਥੇ EMPLOYEE ਸੀਗੇ ਉਹਨਾਂ ਨੇ ਵੱਧ ਘੱਟ ਬੋਲੇ ਅਤੇ ਬਹੁਤ ਹੀ ਜ਼ਿਆਦਾ ਦਫ਼ਤਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਦਫ਼ਤਰ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਪਰ ਕੀ ਬਾਕੀ ਸਰਕਾਰੀ ਦਫ਼ਤਰਾਂ ਦੇ ਵਿੱਚ ਲੋਕਾਂ ਨੂੰ ਜੋ ਚੱਕਰ ਕੱਢਣੇ ਪੈਂਦੇ ਨੇ, ਉਸ ਦਾ ਇਹ ਪੂਰਾ ਮਾਮਲਾ ਹੈ ਕਿ ਵਾਕਈ ਐਸਡੀਐਮ ਦੇ ਉੱਤੇ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਬਿਨਾਂ ਛੁੱਟੀਆਂ ਦੇਖੇ ਕੈਲੰਡਰ ਦੇ ਵਿੱਚ ਲੋਕਾਂ ਨੂੰ ਤਰੀਕਾਂ ਦਿੱਤੀਆਂ ਜਾ ਰਹੀਆਂ ਨੇ। ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਨੂੰ 22 ਤਰੀਕ ਦੇ ਦਿੱਤੀ ਗਈ ਜਾਂ 25 ਦੇ ਦਿੱਤੀ ਗਈ, ਅਕਤੂਬਰ ਦੀ, ਨਵੰਬਰ ਦੀ ਜਾਂ ਕਿਸੇ ਵੀ ਮਹੀਨੇ ਦੀ, ਔਰ ਉਸ ਦਿਨ ਛੁੱਟੀ ਪੈਂਦੀ ਹੈ, ਤਾਂ ਤੁਸੀਂ 2 ਮਹੀਨੇ ਬਾਅਦ ਕਿਸੇ ਦੂਰ ਥਾਂ ਤੋਂ ਉੱਥੇ ਪਹੁੰਚੋਗੇ, ਅੱਗੇ ਜਾ ਕੇ ਪਤਾ ਲੱਗੇਗਾ ਕਿ ਛੁੱਟੀ ਹੈ। ਇਸ ਤਰੀਕੇ ਦੇ ਇਲਜ਼ਾਮ ਨੇ। ਖੈਰ, ਜਦੋਂ ਐਸਡੀਐਮ ਦੇ ਉੱਤੇ ਇਲਜ਼ਾਮ ਲੱਗਣ ਔਰ ਦਫ਼ਤਰ ਦੇ ਅੰਦਰ ਹੰਗਾਮਾ ਹੋਵੇ, ਫਿਰ ਫਰਕ ਤਾਂ ਪੈਂਦਾ ਹੈ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਦੇਸ਼ ਦੇ ਉਸ ਜਵਾਨ ਦੇ ਨਾਲ ਜੁੜੀ ਹੋਈ ਜਿਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਦੇਸ਼ ਲਈ। ਜਾਂ ਖਬਰ ਮੋਹਾਲੀ ਦੇ ਪਿੰਡ ਪੜੌਜੀਆਂ ਤੋਂ, ਜਿੱਥੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ
ਨੂੰ ਅੰਤਿਮ ਵਿਦਾਈ ਦਿੱਤੀ। बेटे ने फौजी वर्दी पा के जो मासूमियत के नाल अपने पिता की मृतक देह के कोल खड़ के सल्यूट किया तो हर अख नम हो गई। इस तो पहला जिवें ही मृतक देह लैके पिंड पहुंचे तो हर पासे शहीद की जय जयकार सुनाई दे रही थी। पिंड पड़ौंजियां तो पहला फौज के अधिकारी पंचकुला ते चंडी मंदिर कैंट दे विच भी कर्नल मनप्रीत की मृतक देह लैके पहुंचे सन। फौज के लिए समर्पित अपने परिवार की तीजी पीढ़ी के मैंबर वजों मनप्रीत बतौर लैफ्टिनेंट फौज दे विच भर्ती होए अते अपनी लामिसाल बहादुरी अते दलेरी सदका कर्नल के रैंक तक पहुंचे। शहीद मनप्रीत का बेटा अते बेटी पिता की मृतक देह के कोल खड़े काफिन नूं देखते रहे, जदों कि उन्हां दी भैण माता ते पत्नी जिवें अपने परिवार के इस सहारे की आखिरी यादां समेट लेना चाहुंदे सी। ਵੱਡੀ ਸ਼ਹਾਦਤ ਨਹੀਂ ਹੋ ਸਕਦੀ, ਇਦੋਂ ਵੱਡੀ ਕੁਰਬਾਨੀ ਨਹੀਂ ਹੋ ਸਕਦੀ, ਪਰ ਤੁਸੀਂ ਸੂਰਮਾ ਪੁੱਤ ਜੰਮਿਆ। ਉਹ ਮੇਰਾ ਪਹਿਲਾ ਦਿਲ ਦਾ ਟੁਕੜਾ, ਉਹ ਮੇਰਾ ਪਹਿਲਾ ਟੁਕੜਾ ਤਾਂ ਦਿਲ ਦਾ, ਮੇਰਾ ਪਹਿਲਾ ਟੁਕੜਾ ਤਾਂ ਦਿਲ ਦਾ, ਮੇਰਾ ਪੁੱਤ ਟੁਕੜਾ ਤਾਂ ਪਹਿਲਾ ਦਿਲ ਦਾ। ਮਾਂ ਆਖਰੀ ਗੱਲ ਕਦੋਂ ਹੋਈ ਸੀ ਤੁਹਾਡੀ ਪੁੱਤ ਨਾਲ? ਐਤਵਾਰ ਨੂੰ ਹੋਈ ਸੀ, ਐਤਵਾਰ ਨੂੰ ਹੋਈ ਸੀ 3 ਵਜੇ, 3 ਵਜੇ ਐਤਵਾਰ ਨੂੰ ਹੋਈ। ਬਸ ਮਾਮੂਲੀ ਜਿਹੀ ਗੱਲ ਹੋਈ ਸੀ, ਨੋਰਮਲ, ਉਹ ਤੋਂ ਬਾਅਦ ਨਹੀਂ ਹੋਈ। ਮਾਂ ਕਦੇ ਡਰ ਆਇਆ ਸੀ? उधर जम्मू कश्मीर के अनंतनाग देश के लिए जान वार देने वाले मेजर आशीष टौंचक नूं हरियाणा के पानीपत दे विच हज़ारां नाम अखां दे नाल अंतिम विदाई दी गई। पानीपत च शहीद दी मृतक देह दी अगवाई दे लई जिवें पूरा शहर ही सड़कां ते मौजूद सी। मोटरसाइकलां ते तिरंगे झंडे लगाए अते भारत माता दी जय जयकार करदे नौजवानां ने शहीद मेजर दी मृतक देह नूं नमन करन दे लई राह तैयार कीता। शहर दीआं सड़कां ते हर पासे शहीद दे अमर रहण दे नारे अते देश भगती दा रंग नजर आ रहा सी। मेजर आशीष टौंचक दी मृतक देह जदों घर पहुंचे तां हर अख नम सी। परिवार नूं मेजर आशीष के आखिरी दर्शन करवाए गए तो बीमारी के नाल जूझ रहे शहीद मेजर आशीष के पिता ने भी बेटे की शहादत नूं सजदा किया। इस तो बाद शहीद मेजर आशीष अपने अंतिम सफर ते रवाना हुए। इस दौरान एक मां की पुकार हर किसी का दिल दहला रही सी। देश के लिए अपने जिगर के टुकड़े नूं वार देने वाले पुत की मां का यह जज्बा ही सी जो हर किसी नूं देश भगती राह के उत्ते अगे तुरन दे लई प्रेरणा दे रहा सी। फौज के अधिकारी और प्रशासनिक अधिकारियों के नाल सियासी आगुआं ने भी मेजर आशीष नूं अंतिम विदाई दी। तो पूरा देश सैल्यूट उन्होंने कर रहा है जिन्हों ने अपना सब कुछ वार दिता, उस परिवार नूं भी जिन्होंने अपने जिगर के टुकड़े नूं देश के लिए कुर्बान कर दिता। खैर जदों कोई देश के लिए कुर्बानी करे और उसकी वजह नाल असीं सारे सुरक्षित महसूस करिए फिर फर्क तब पैंदा है।